ਅੱਜ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਰਾਜੀਵ ਗਾਂਧੀ ਦੁਨੀਆ ਦਾ ਸਭ ਤੋਂ ਵੱਡਾ ਕਾਤਲ ਕਿਵੇਂ ਬਣਿਆ। ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਾਰਨ ਵਾਲਾ ਸੰਸਾਰ ਦਾ ਸਭ ਤੋਂ ਵੱਡਾ ਅੱਤਵਾਦੀ ਹਥਿਆਰਾ ਰਾਜੀਵ ਗਾਂਧੀ, ਜਿਨੇ 1984 ਵਿੱਚ ਆਪਣੇ ਕਾਂਗਰਸੀ ਨੇਤਾਵਾਂ ਦੇ ਨਾਲ ਮਿਲ ਕੇ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕੀਤੀ, ਹਜ਼ਾਰਾਂ ਸਿੱਖਾਂ ਨੂੰ ਜਿੰਦਾ ਅੱਗ ਨੂੰ ਭੇਂਟ ਕਰ ਦਿੱਤਾ, ਅਨੇਕਾਂ ਸਿੱਖ ਬੀਬੀਆਂ ਨੂੰ ਬੇਪਤ ਕਰਵਾਇਆ, ਟ੍ਰੇਨਾਂ ਅਤੇ ਬੱਸਾਂ ਵਿੱਚ ਸਫ਼ਰ ਕਰ ਰਹੇ ਸਿੱਖਾਂ ਨੂੰ ਜਿੰਦਾ ਜਲਵਾਉਣ ਤੱਕ, ਔਰ ਇਹੀ ਨਹੀਂ ਵਰਦੀ ਵਿੱਚ ਸਿੱਖ ਫੌਜੀਆਂ ਨੂੰ ਵੀ ਨਹੀਂ ਛੱਡਿਆ ਗਿਆ। ਇਹ ਇੱਕ ਐਸਾ ਜ਼ਾਲਿਮ ਹਥਿਆਰਾ ਸੀ ਜਿਸ ਨੇ ਆਪਣੀ ਮਾਂ ਦੀ ਮੌਤ ਦਾ ਬਦਲਾ ਲੈਣ ਲਈ ਪੂਰੀ ਸਿੱਖ ਕੌਮ ਨੂੰ ਖਤਮ ਕਰਨ ਦਾ ਅਕੀਦਾ ਕਰ ਲਿਆ ਸੀ। ਗੱਲ 31 ਅਕਤੂਬਰ 1984 ਦੀ ਆ। ਦਿੱਲੀ ਦੇ ਏਮਸ ਹਸਪੀਟਲ ਅੰਦਰ ਜਿਵੇਂ ਹੀ ਇੰਦਰਾ ਗਾਂਧੀ ਨੇ ਦਮ ਤੋੜਿਆ, ਉਸੇ ਵੇਲੇ ਰਾਜੀਵ ਗਾਂਧੀ ਨੇ ਪੂਰੀ ਸਿੱਖ ਕੌਮ ਤੋਂ ਆਪਣੀ ਮਾਂ ਦੀ ਮੌਤ ਦਾ ਬਦਲਾ ਲੈਣ ਦਾ ਇੱਕ ਮਨਸੂਬਾ ਘਟਣਾ ਸ਼ੁਰੂ ਕਰ ਦਿੱਤਾ। ਪ੍ਰਧਾਨ ਮੰਤਰੀ ਬਣਦਿਆਂ ਹੀ ਉਸਨੇ ਆਪਣੇ ਸਰਕਾਰੀ ਦਫ਼ਤਰ ਵਿੱਚ ਐਮਰਜੈਂਸੀ ਮੀਟਿੰਗ ਬੁਲਾਈ, ਜਿਸ ਵਿੱਚ ਉਸ ਵੇਲੇ ਦੇ ਵੱਡੇ ਕਾਂਗਰਸੀ ਲੀਡਰ ਔਰ ਰਾਜੀਵ ਗਾਂਧੀ ਦੇ ਨਿੱਜੀ ਦੋਸਤ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਕਮਲਨਾਥ, HKL ਭਗਤ, ਧਰਮਦਾਸ ਸ਼ਾਸਤਰੀ, ਐਸੇ ਹੋਰ ਅਨੇਕਾਂ ਕਾਂਗਰਸੀ ਜੋ ਮੀਟਿੰਗ ਅਟੈਂਡ ਕਰ ਰਹੇ ਸੀ, ਜਿਨ੍ਹਾਂ ਨੂੰ ਇਹ ਕਿਹਾ ਗਿਆ ਕਿ ਸਿੱਖਾਂ ਤੋਂ ਮੇਰੀ ਮਾਂ ਦਾ ਬਦਲਾ ਲੈਣਾ ਔਰ ਉਹਨਾਂ ਦੀ ਨਸਲਕੁਸ਼ੀ ਐਸੀ ਹੋਣੀ ਚਾਹੀਦੀ ਆ ਕਿ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣ। ਉੱਥੇ ਹੀ ਰਾਜੀਵ ਗਾਂਧੀ ਹਥਿਆਰੇ ਨੇ ਐਲਾਨ ਕਰ ਦਿੱਤਾ ਕਿ ਜਿੰਨੇ ਸਿੱਖ ਤੁਸੀਂ ਮਾਰੋਗੇ ਉਨਾ ਹੀ ਵੱਡਾ ਤੁਹਾਨੂੰ ਇਨਾਮ ਦਿੱਤਾ ਜਾਊਗਾ। ਇਹ ਵੱਡਾ ਹਥਿਆਰਾ ਰਾਜੀਵ ਗਾਂਧੀ, ਜਿਸ ਦੇ ਮਨ ਦੇ ਅੰਦਰ ਇੰਨੀ ਨਫ਼ਰਤ ਆ ਚੁੱਕੀ ਸੀ ਸਿੱਖਾਂ ਦੇ ਪ੍ਰਤੀ, ਔਰ ਆਪਣੀ ਮਾਂ ਦੇ ਬਦਲਾ ਲੈਣ ਵਾਸਤੇ ਉਹ ਸਿੱਖਾਂ ਨੂੰ ਖਤਮ ਕਰਨ ਜਾ ਰਿਹਾ ਸੀ। ਔਰ ਇਹੀ ਨਹੀਂ, ਜੋ ਵੀ ਕਰ ਸਕੋ ਉਹਨਾਂ ਦੀ ਧੀਆਂ ਭੈਣਾਂ ਨਾਲ, ਜੋ ਵੀ ਤੁਸੀਂ ਕਰ ਸਕੋ, ਪੂਰੀ ਸਰਕਾਰ ਤੁਹਾਡੇ ਨਾਲ, ਆਰਮੀ ਤੁਹਾਡੇ ਨਾਲ, ਸਾਰਾ ਪ੍ਰਸ਼ਾਸਨ ਤੁਹਾਡਾ ਸਾਥ ਦੇਊਗਾ। 31 ਅਕਤੂਬਰ ਦੀ ਸ਼ਾਮ ਨੂੰ ਇਹਨਾਂ ਕਾਂਗਰਸੀ ਲੀਡਰਾਂ ਨੇ ਆਪਣੇ ਗੁੱਡਿਆਂ ਨੂੰ ਬਣਾਉਣਾ ਸ਼ੁਰੂ ਕੀਤਾ। ਹਰਿਆਣੇ ਚੋਂ ਬੱਸਾਂ ਭਰ ਕੇ ਆਉਣ ਲੱਗ ਪਈਆਂ, ਟ੍ਰੇਨਾਂ ਭਰ ਕੇ ਆਉਣ ਲੱਗ ਪਈਆਂ। ਇਹਨਾਂ ਨੂੰ ਮਾਰਨ ਵਾਸਤੇ ਪੈਟਰੋਲ ਦੇਣਾ ਸ਼ੁਰੂ ਕੀਤਾ। ਰਾਤੋਂ ਰਾਤ ਅਫਸਰਾਂ ਦੀ ਡਿਊਟੀ ਲੱਗੀ। ਸਿੱਖਾਂ ਦੇ ਘਰਾਂ ਦੇ ਬਾਅਦ ਚੌਕ ਦੇ ਨਾਲ ਨਿਸ਼ਾਨਦੇਹੀ ਕੀਤੀ ਗਈ ਔਰ ਫਿਰ ਦਿਨੇ ਸਿੱਖਾਂ ਨੂੰ ਇਹਨਾਂ ਜ਼ਾਲਮਾਂ ਦੇ ਹਵਾਲੇ ਕਰ ਦਿੱਤਾ। ਇਹਨਾਂ ਨੇ ਗੁਰੂ ਘਰਾਂ ਦੇ ਅੰਦਰ ਵੜ ਕੇ ਗੁਰੂ ਘਰਾਂ ਦੀ ਬੇਅਦਬੀਆਂ ਕੀਤੀਆਂ, ਗੁਰਦੁਆਰਾ ਸਾਹਿਬ ਨੂੰ ਅੱਗ ਦੇ ਹਵਾਲੇ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬੀੜਾ ਨੂੰ ਅੱਗ ਦੇ ਹਵਾਲੇ ਕੀਤਾ, ਧੀਆਂ ਭੈਣਾਂ ਦੀ ਪੱਤ ਲੁੱਟੀ, ਲੋਕਾਂ ਨੂੰ ਜੀਂਦਿਆਂ ਸਾੜੇ। ਇਹ ਹਾਲਾਤ ਰਹੇ ਕਿ ਇੱਕ ਜੀ ਜਿਹੜਾ ਸੀ ਉਹ 2 ਦਿਨ ਤੱਕ ਸੜਦਾ ਰਿਹਾ। ਸੜਕ ਉੱਤੇ ਉਹਨੂੰ ਕੋਈ ਪਾਣੀ ਪਾਉਣ ਵਾਲਾ ਨਹੀਂ ਸੀ। ਆਖਰਕਾਰ ਜਾ ਕੇ 2 ਦਿਨ ਬਾਅਦ ਉਸਨੇ ਦਮ ਤੋੜਿਆ। ਐਸੇ ਵੀ ਮੰਜ਼ਰ ਸਾਹਮਣੇ ਆਏ ਜਦੋਂ ਜਗਦੀਸ਼ ਕੌਰ ਨੇ ਆਪਣੇ ਘਰ ਦਾ ਫਰਨੀਚਰ ਤੋੜ ਕੇ ਆਪਣੇ ਪਰਿਵਾਰ ਦਾ ਸੰਸਕਾਰ ਕੀਤਾ। ਐਸਾ ਜ਼ਾਲਿਮ ਰਾਜੀਵ ਗਾਂਧੀ, ਔਰ ਇਸ ਦਾ ਸਭ ਤੋਂ ਵੱਡਾ ਜਿਹੜਾ ਕਤਲ ਕਰਨ ਵਾਲਾ ਸੀ, ਉਹਨਾਂ ਨੂੰ MP MLA ਨਾਲ ਨਵਾਜਿਆ ਗਿਆ, ਮੰਤਰੀ ਬਣਾਇਆ ਗਿਆ। ਔਰ ਇੱਥੇ ਹੀ ਨਹੀਂ ਰੁਕਿਆ। ਜਦੋਂ ਸਾਰਿਆਂ ਨੇ MPਆਂ ਨੇ ਆ ਕੇ ਦੱਸਿਆ, ਸੱਜਣ ਕੁਮਾਰ, ਟਾਈਟਲਰ, ਇਹਨਾਂ ਨੇ ਆ ਕੇ ਦੱਸਿਆ ਸੀ ਇਹਨੇ ਲੋਕ ਮਰਵਾਤੇ, ਕਹਿੰਦਾ ਨਹੀਂ, ਮੈਂ ਆਪਣੀ ਅੱਖੀ ਵੇਖਣ ਚੱਲਣਾ ਹੈ। ਗੱਡੀ ਕੱਢਦਾ ਹੈ, ਨਾਲ ਜਗਦੀਸ਼ ਟਾਈਟਲਰ ਨੂੰ ਬਿਠਾਉਂਦਾ ਹੈ ਔਰ ਸਭ ਤੋਂ ਪਹਿਲਾਂ ਨਾਰਥ ਦਿੱਲੀ ਵੱਲ ਨੂੰ ਜਾਂਦਾ ਹੈ। ਉੱਥੋਂ ਬਾਅਦ ਸੱਜਣ ਕੁਮਾਰ ਦੇ ਇਲਾਕੇ ਜਾਂਦਾ ਹੈ, ਫਿਰ ਈਸਟ ਦਿੱਲੀ 'ਚ ਜਾਂਦਾ ਹੈ ਔਰ ਫਿਰ ਇਸ ਗੱਲ ਨੂੰ ਪ੍ਰਸੰਨਤਾ ਮਹਿਸੂਸ ਕਰ ਰਿਹਾ, ਆਪਣੀ ਆਤਮਾ ਨੂੰ ਕਹਿ ਰਿਹਾ ਮੇਰੀ ਆਤਮਾ ਨੂੰ ਠੰਡ ਪੈ ਰਹੀ ਆ, ਕਿਉਂਕਿ ਮੈਂ ਹੁਣ ਸਿੱਖਾਂ ਨੂੰ ਇਸ ਅੰਜਾਮ ਤੇ ਪਹੁੰਚਾ ਰਿਹਾ ਹਾਂ। ਔਰ ਖਾਲੀ ਦਿੱਲੀ ਤੱਕ ਹੀ ਨਹੀਂ, ਕਾਨਪੁਰ, ਬਕਾਰੋ, ਬਿਹਾਰ, ਹਰਿਆਣੇ ਦੇ ਅੰਦਰ ਕਈ ਜ਼ਿਲ੍ਹੇ ਔਰ ਕਈ ਸੂਬਿਆਂ 'ਚ ਤੇ ਇਹ ਹੋਇਆ ਕਿ ਪਤਾ ਹੀ ਨਹੀਂ ਲੱਗਾ ਕਿੰਨੇ ਲੋਕ ਮਾਰ ਦਿੱਤੇ, ਉਹਨਾਂ ਦਾ ਘਰ ਪਰਿਵਾਰ ਦਾ ਜੀ ਵੀ ਕੋਈ ਨਹੀਂ ਬਚਿਆ ਔਰ ਇਹ ਗਿਣਤੀ ਹਜ਼ਾਰਾਂ 'ਚ ਬਦਲਣ ਲੱਗ ਪਈ। ਸਾਰੇ ਸਿੱਖ ਤਰਾਈ ਕਰ ਉੱਠੇ, ਦੇਸ਼ ਦੇ ਲੋਕ ਰੌਲਾ ਪਾ ਉੱਠੇ, ਪਰ ਕਾਂਗਰਸੀ ਇਸ ਹਥਿਆਰੇ ਰਾਜੀਵ ਗਾਂਧੀ ਨੂੰ ਕੋਈ ਰੋਕ ਨਹੀਂ ਪਾ ਰਿਹਾ ਸੀ। ਇਸ ਨੇ ਇੱਥੋਂ ਤੱਕ ਵੀ ਐਲਾਨ ਕਰ ਦਿੱਤਾ ਕਿ ਕਿਸੇ ਸਿੱਖ ਨੂੰ ਕੋਈ ਵੀ ਸਰਕਾਰੀ ਮਦਦ ਨਹੀਂ ਮਿਲੂ। ਅਗਰ ਕਿਸੇ ਪੁਲਿਸ ਵਾਲੇ ਨੇ ਕਿਸੇ ਸਿੱਖ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉਸ ਦੇ ਖਿਲਾਫ ਹੀ ਕਾਰਵਾਈ ਕਰ ਦਿੱਤੀ ਜਾਊਗੀ। ਫੌਜ, ਪੁਲਿਸ, ਜੱਜ, ਵਕੀਲ ਸਭ ਅੱਖਾਂ ਬੰਦ ਕਰਕੇ ਬੈਠ ਗਏ, ਕੋਟਾਂ ਸੌਂ ਗਈਆਂ ਔਰ 8000 ਤੋਂ ਜ਼ਿਆਦਾ ਲੋਕ ਇਸ ਜ਼ਾਲਿਮ ਦੀ ਸਰਕਾਰੀ ਤਸ਼ੱਦਦ ਦੇ ਚੱਲਦੇ ਸ਼ਹੀਦੀਆਂ ਪ੍ਰਾਪਤ ਕਰ ਗਏ। ਉਸ ਵੇਲੇ ਦੀਆਂ ਅਖਬਾਰਾਂ ਵਿੱਚ ਸੈਂਸਰਸ਼ਿਪ ਲਗਾ ਕੇ ਇਸ ਨਸਲਕੁਸ਼ੀ ਨੂੰ, ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਹਜ਼ਾਰਾਂ ਸਿੱਖਾਂ ਦਾ ਕਾਤਲ, 1984 ਦੀ ਨਸਲਕੁਸ਼ੀ ਦਾ ਇਹ ਮਾਸਟਰਮਾਈਂਡ ਰਾਜੀਵ ਗਾਂਧੀ, ਇਹ ਮੌਬ ਲਿੰਚਰ, ਇਹਦਾ ਇੰਨਾ ਜ਼ਿਆਦਾ ਖੌਫ ਸੀ ਉਸ ਵੇਲੇ ਕਿ ਭਾਰਤੀ ਜੁਡੀਸ਼ਰੀ ਵੀ, ਕੋਰਟਾਂ ਵੀ, ਸੁਪਰੀਮ ਕੋਰਟ ਵੀ ਇਸ ਦੇ ਬਾਰੇ 'ਚ ਕੁਝ ਨਾ ਬੋਲੀਆਂ, ਬਲਕਿ ਉਹਨਾਂ ਨੇ ਚੁੱਪੀ ਹੀ ਧਾਰ ਲਈ। ਰਾਜੀਵ ਗਾਂਧੀ ਇੱਥੇ ਹੀ ਨਹੀਂ ਰੁਕਦਾ, ਬਲਕਿ 1984 ਦੇ ਇਸ ਕਤਲੇਆਮ ਨੂੰ ਜਸਟੀਫਾਈ ਕਰਨ ਵਾਸਤੇ, ਇਸ ਨੂੰ ਠੀਕ ਦੱਸਣ ਵਾਸਤੇ ਬਕਾਇਦਾ ਇੱਕ ਪ੍ਰਧਾਨ ਮੰਤਰੀ ਦੇ ਰੂਪ ਅੰਦਰ ਬੋਰਡ ਕਲੱਬ 'ਚ ਇੱਕ ਇਕੱਤਰਤਾ ਕਰਦਾ ਹੈ। ਉਸ ਰੈਲੀ 'ਚ ਫਿਰ ਭਾਸ਼ਣ ਦਿੰਦਾ ਹੈ ਔਰ ਉਸ ਭਾਸ਼ਣ ਦੇ ਵਿੱਚ ਕਤਲੇਆਮ ਨੂੰ ਜਾਇਜ਼ ਠਹਿਰਾਉਂਦਾ ਹੋਇਆ ਕਹਿੰਦਾ ਹੈ ਕਿ ਮੇਰੀ ਮਾਂ ਦੇ ਕਤਲ ਤੋਂ ਬਾਅਦ ਛੋਟੇ-ਮੋਟੇ ਦੰਗੇ ਫਸਾਦ ਹੋਏ, ਇਹ ਤੇ ਹੋਣੇ ਹੀ ਸੀ। ਜਦੋਂ ਕੋਈ ਵੱਡਾ ਪੇੜ ਗਿਰਦਾ ਏ ਤੇ ਧਰਤੀ ਹਿੱਲਦੀ ਹੈ। ਉਹਦਾ ਮਕਸਦ ਇਹ ਸੀ ਕਿ ਮੈਂ ਜੁਡੀਸ਼ਰੀ ਨੂੰ, ਮੈਂ ਕੋਰਟਾਂ ਕਚਹਿਰੀਆਂ ਨੂੰ, ਮੈਂ ਪੁਲਿਸ ਨੂੰ ਇਹ ਦੱਸ ਦੇਵਾਂ ਕਿ ਜਿਨ੍ਹਾਂ ਲੋਕਾਂ ਨੇ ਇਹ ਕਤਲੇਆਮ ਕੀਤਾ ਏ ਉਹ ਮੇਰੇ ਆਪਣੇ ਨੇ, ਮੈਂ ਉਹਨਾਂ ਨੂੰ ਜਸਟੀਫਾਈ ਕਰਦਾ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦਾ। जब इंदिरा जी की हत्या हुई थी तो हमारे देश में कुछ दंगे फसाद हुए। हमें मालूम है
कि भारत की जनता के दिल में कितना क्रोध आया, कितना गुस्सा आया, और कुछ दिन के लिए लोगों को लगा कि भारत हिल रहा है। लेकिन जब भी कोई बड़ा पेड़ गिरता है तो धरती थोड़ी हिलती है। ਨਵੰਬਰ 1984 ਦਾ ਇਹ ਦੁਨੀਆ ਦਾ ਸਭ ਤੋਂ ਵੱਡਾ ਕਤਲੇਆਮ ਸੀ, ਜਦੋਂ ਇੱਕ ਚੁਣੀ ਹੋਈ ਸਰਕਾਰ ਨੇ ਆਪਣੇ ਸਾਰੇ ਸਰਕਾਰੀ ਤੰਤਰ ਦੀ ਨਾਲ ਲੈ ਕੇ ਤੇ ਸਿੱਖਾਂ ਦਾ ਕਤਲੇਆਮ ਕੀਤਾ। ਔਰ ਇਹ ਇੰਨਾ ਵੱਡਾ ਕਤਲੇਆਮ ਸੀ, ਇਹ ਮੁਗਲਾਂ ਔਰ ਪਠਾਨਾਂ ਦੇ ਉਸ ਕਤਲੇਆਮ ਨੂੰ ਵੀ ਪਿੱਛੇ ਛੱਡ ਗਿਆ। ਜ਼ੁਲਮ ਦੀ ਇੱਕ ਇੰਤਹਾ ਸੀ ਜਿਹੜੀ ਸਿੱਖਾਂ ਦੇ ਉੱਤੇ ਢਾਈ ਜਾ ਰਹੀ ਸੀ। ਇਸ ਦੇਸ਼ ਦੇ ਲੋਕਤੰਤਰੀ ਕਾਨੂੰਨ ਦੇ ਇਸ ਸਿਸਟਮ 'ਚ ਇਸ ਤੋਂ ਵੱਡਾ ਮਜ਼ਾਕ ਹੋਰ ਕੀ ਹੋ ਸਕਦਾ ਹੈ? ਜਿੱਥੇ ਹਿਰਨ ਨੂੰ ਮਾਰਨ ਦੇ ਨਾਮ ਤੇ ਵੀ ਸਜ਼ਾਵਾਂ ਮਿਲਦੀਆਂ ਹੋਣ, ਅੱਜ 36 ਸਾਲ ਹੋ ਗਏ ਨੇ, ਫਿਰ ਵੀ ਸਿੱਖ ਇਨਸਾਫ ਦੀ ਉਡੀਕ ਅੰਦਰ ਬੈਠੇ। ਪਰ ਅੱਜ ਵੀ ਇਹਨਾਂ ਕਾਂਗਰਸੀ ਗੁੰਡਿਆਂ ਨੂੰ, ਭਾਵੇਂ ਰਾਜੀਵ ਗਾਂਧੀ ਹੋਵੇ ਤੇ ਭਾਵੇਂ ਉਹਨਾਂ ਦੇ ਸਾਥੀ ਹੋਣ, ਅੱਜ ਵੀ ਲੋਕ ਉਹਨਾਂ ਨੂੰ ਜਾ ਕੇ ਅਕੀਦੇ ਭੇਂਟ ਕਰਦੇ ਨੇ। ਉਹ ਕਹਿੰਦੇ ਨੇ ਕਿ ਇਹ ਬਹੁਤ ਮਹਾਨ ਨੇ। ਪਰ ਅਸੀਂ ਇਹ ਜ਼ਰੂਰ ਯਾਦ ਕਰਾ ਦੇਣਾ ਚਾਹੁੰਦੇ ਹਾਂ ਦੇਸ਼ ਦੇ ਲੋਕਾਂ ਨੂੰ ਔਰ ਕਾਂਗਰਸ ਨੂੰ, ਸੱਜਣ ਕੁਮਾਰ ਨੂੰ ਅਸੀਂ ਜੇਲ੍ਹ ਛੱਡ ਕੇ ਆਏ ਹਾਂ। ਬੜੀ ਜਲਦੀ ਹੀ ਕਮਲਨਾਥ ਔਰ ਜਗਦੀਸ਼ ਟਾਈਟਲਰ ਦੀ ਵਾਰੀ ਹੋਊਗੀ। ਇਹ ਲੜਾਈ ਅਸੀਂ ਲੜਦੇ ਰਹੇ ਹਾਂ, ਅਸੀਂ ਲੜਦੇ ਰਹਾਂਗੇ। ਅਸੀਂ ਕਾਂਗਰਸ ਵਰਗੂ ਬੁਝਦਿਲ ਨਹੀਂ, ਅਸੀਂ ਆਪਣੀ ਕੌਮ ਦਾ ਬਦਲਾ ਲੈਣਾ ਜਾਣਦੇ ਹਾਂ। ਆਪਣੇ ਹੱਕਾਂ ਦੇ ਪਿੱਛੇ ਲੜੇ ਹਾਂ, ਆਪਣੇ ਹੱਕਾਂ ਦੇ ਪਿੱਛੇ ਲੜਾਂਗੇ ਔਰ ਐਸਾ ਕਾਂਗਰਸ ਨੂੰ ਜਵਾਬ ਦੇਵਾਂਗੇ ਜਿਹੜਾ ਉਹਨਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਕਦੀ ਇਸ ਨੂੰ ਨਹੀਂ ਭੁੱਲਣਗੀਆਂ। ਜੇਕਰ ਆਪ ਜੀ ਨੂੰ ਇਹ ਵੀਡੀਓ ਅੱਛਾ ਲੱਗਾ, ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਗਰੁੱਪਸ ਅੰਦਰ ਸ਼ੇਅਰ ਕਰੋ, ਫੇਸਬੁੱਕ ਉੱਤੇ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1 ਜੂਨ 1984 ਨੂੰ ਇੰਡੀਅਨ ਆਰਮੀ ਨੇ ਗੋਲਡਨ ਟੈਂਪਲ ਘੇਰ ਕੇ ਵਿਦਆਊਟ ਐਨੀ ਪ੍ਰੋਵੋਕੇਸ਼ਨ ਓਪਨ ਫਾਇਰ ਕਰ ਦਿੱਤਾ ਤੇ 8 ਬੰਦੇ ਉਹਦੇ ਵਿੱਚ ਮਾਰੇ ਗਏ। 1972 ਦੇ ਵਿੱਚ ਸਟੇਟ ਇਲੈਕਸ਼ਨਸ ਦੇ ਵਿੱਚ ਕਾਂਗਰਸ ਦੀ ਜਿੱਤ ਹੋ ਚੁੱਕੀ ਸੀ ਤੇ ਅਕਾਲੀ ਦਲ ਦੀ ਹਾਰ। 1973 ਦੇ ਵਿੱਚ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਉਹਨਾਂ ਦੇ ਸਾਹਮਣੇ ਰੱਖਿਆ। ਇਸ ਦੇ ਵਿੱਚ ਉਹ ਭਾਲਦੇ ਸੀ ਕਿ ਪੰਜਾਬ ਨੂੰ ਜ਼ਿਆਦਾ ਆਟੋਨਮੀ ਮਿਲੇ, ਜਿਹੜੀਆਂ ਪਾਵਰਸ ਆ ਉਹ ਸੈਂਟਰਲ ਟੂ ਸਟੇਟ ਗਵਰਨਮੈਂਟ ਆ ਜਾਣ। ਕਾਂਗਰਸ ਨੇ ਉਹ ਰਿਜੈਕਟ ਕਰ ਦਿੱਤਾ ਤੇ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜੁਆਇਨ ਕੀਤਾ ਤੇ ਉਹਨਾਂ ਨੇ ਧਰਮ ਯੁੱਧ ਮੋਰਚਾ 1982 ਦੇ ਵਿੱਚ ਸ਼ੁਰੂ ਕੀਤਾ, ਜਿਹਦਾ ਟੀਚਾ ਸੀ ਵੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਪਾਸ ਹੋਵੇ ਤੇ ਡਿਮਾਂਡਾਂ ਮੰਨੀਆਂ ਜਾਣ। ਉਸ ਤੋਂ ਬਾਅਦ ਇੰਦਰਾ ਗਾਂਧੀ ਨੂੰ ਲੱਗਿਆ ਕਿ ਪੰਜਾਬ ਹੱਥੋਂ ਨਿਕਲ ਚੁੱਕਿਆ। ਉਸ ਦੇ ਲਈ ਉਹਨੇ ਆਪਰੇਸ਼ਨ ਬਲੂ ਸਟਾਰ ਸ਼ੁਰੂ ਕੀਤਾ, ਸਾਕਾ ਨੀਲਾ ਤਾਰਾ, ਜਿਹਦੇ ਵਿੱਚ ਜਿਹੜੀ ਇੰਡੀਅਨ ਆਰਮੀ ਆ ਉਹ ਗੋਲਡਨ ਟੈਂਪਲ ਤੇ ਜਾ ਕੇ ਉਹਨਾਂ ਨੇ ਓਪਨ ਫਾਇਰ ਕੀਤਾ ਤੇ ਜੂਨ 6 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਜਿਹੜੇ 2 ਬਾਡੀਗਾਰਡ ਸੀ, ਸਤਵੰਤ ਸਿੰਘ, ਬੇਅੰਤ ਸਿੰਘ, ਉਹਨਾਂ ਨੇ ਗੋਲੀ ਮਾਰ ਕੇ ਇੰਦਰਾ ਗਾਂਧੀ ਦੀ ਹੱਤਿਆ ਕਰਤੀ। ਜਿਹੜਾ ਉਸ ਤੋਂ ਬਾਅਦ ਕੁਝ ਹੋਇਆ, ਸਿੱਖ ਜੈਨੋਸਾਈਡ, ਉਹ ਸੁਣ ਕੇ ਰੂਹ ਕੰਬ ਜਾਂਦੀ ਆ। ਉਹ ਸਾਰਾ ਕੁਝ ਚੱਲਿਆ ਅਕਤੂਬਰ 31, 1984 ਤੋਂ ਲੈ ਕੇ ਨਵੰਬਰ 4, 1984 ਤੱਕ। ਵੈਲ ਆਰਗੇਨਾਈਜ਼ਡ ਪਲਾਨ ਸੀ ਬਾਈ ਸਮ ਇੰਪੋਰਟੈਂਟ ਪੋਲੀਟੀਸ਼ੀਅਨ ਆਫ ਕਾਂਗਰਸ ਪਾਰਟੀ। 30,000 ਤੋਂ ਵੱਧ ਜਿੰਦਾ ਸਿੱਖ ਜਲਾ ਦਿੱਤੇ ਗਏ, 2 ਲੱਖ ਤੋਂ ਵੱਧ ਡਿਸਪਲੇਸਡ ਹੋ ਗਏ, ਸਿੱਖ ਔਰਤਾਂ ਦਾ ਗੈਂਗ ਰੇਪ ਕੀਤਾ ਗਿਆ, ਗੁਰਦੁਆਰੇ ਤੇ ਗੁਰੂ ਗ੍ਰੰਥ ਸਾਹਿਬ ਸਾੜੇ ਗਏ। 120 ਸਿੱਖ ਕੰਮ ਕਰਦੇ ਸੀ ਬਕਾਰੂ ਸਟੀਲ ਪਲਾਂਟ ਝਾਰਖੰਡ ਦੇ ਵਿੱਚ, ਜਲਦੇ ਭੱਠੇ ਦੇ ਵਿੱਚ ਸੁੱਟ ਦਿੱਤੇ ਗਏ। 13 ਦਿਨਾਂ ਦੇ ਜਵਾਕ ਸਟੋਵ ਉੱਪਰ ਰੱਖ ਕੇ ਸਾੜੇ ਗਏ। ਛੋਟੇ ਬੱਚਿਆਂ ਨੂੰ ਲੱਤਾਂ ਤੋਂ ਫੜ ਕੇ ਉਹਨਾਂ ਨੂੰ ਪਾੜ ਦਿੱਤਾ ਗਿਆ ਤੇ ਉਹਨਾਂ ਦੀਆਂ ਮਾਵਾਂ ਦਾ ਰੇਪ ਕੀਤਾ ਗਿਆ ਤੇ ਮਾਰਿਆ ਗਿਆ। ਪਬਲਿਕ ਟ੍ਰੇਨਸ ਦੇ ਵਿੱਚ ਜਿਹੜੇ ਸਿੱਖ ਸਫ਼ਰ ਕਰਦੇ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ, ਜਿੰਦਾ ਸਾੜ ਦਿੱਤਾ ਗਿਆ। ਮੇਰੇ ਤੋਂ ਹੋਰ ਨਹੀਂ ਕੁਝ ਦੱਸਿਆ ਜਾ ਰਿਹਾ, ਪਰ ਜਸਟਿਸ ਹਲੇ ਵੀ ਨਹੀਂ ਮਿਲੀ। ਸਿੱਖ ਅੱਜ ਵੀ ਰੁਲ ਰਹੇ ਆ।